ਤੁਸੀਂ ਇਹ ਦੇਖੋ ਕਿ ਜਦੋਂ ਸਿੱਖਾਂ ਨੂੰ ਅੱਤਵਾਦੀ ਕਿਹਾ ਜਾਂਦਾ ਉਹ ਲੋਕ ਇਹ ਤਾਂ ਜਵਾਬ ਦੇਣ ਵੀ ਜਿਹੜੇ ਦਿੱਲੀ ਦੇ ਵਿੱਚ ਇੰਨੇ ਸਿੱਖਾਂ ਦਾ ਕਤਲੇਆਮ ਹੋਇਆ ਕਿ ਉਹ ਪਾਕਿਸਤਾਨ ਦੇ ਸੀਗੇ। ਉਹ ਇਹ ਵੀ ਦੱਸਣ ਕਿ ਕੀ ਜਿਨ੍ਹਾਂ ਨੇ ਮਤਲਬ ਸਿੱਖਾਂ ਦਾ ਕਤਲੇਆਮ ਕੀਤਾ ਕੋਈ ਇੱਕ ਵੀ ਕਾਤਲ ਮਤਲਬ ਸਿੱਖਾਂ ਦਾ ਕਿਸੇ ਨੂੰ ਸਜ਼ਾ ਹੋਈ? ਕੋਈ 27 ਸਾਲਾਂ ਤੋਂ ਜੇਲ੍ਹ ਦੇ ਵਿੱਚ। ਬਸ ਇਹ ਬੇਇਨਸਾਫੀਆਂ ਸਿੱਖਾਂ ਦੇ ਹਿੱਸੇ ਹੀ ਆਈਆਂ ਸੀ। ਸਾਡੀ ਤਾਂ ਮਤਲਬ ਇਹੀ ਕੇਂਦਰ ਸਰਕਾਰ ਨੂੰ ਵੀ ਬੇਨਤੀ ਆ ਵੀ ਸਿੱਖਾਂ ਦੇ ਜ਼ਖਮਾਂ ਤੇ ਮਲਮ ਲਾਓ। ਜੀ ਉਹਨਾਂ ਨੂੰ 27ਵਾਂ ਸਾਲ ਜੇਲ੍ਹ ਦੇ ਵਿੱਚ ਲੱਗ ਗਿਆ ਸੀ। 15 ਸਾਲਾਂ ਤੋਂ ਵੀਰ ਜੀ ਚੱਕੀ ਦੇ ਫਾਂਸੀ ਚੱਕੀ ਦੇ ਵਿੱਚ ਬੰਦ ਨੇ। ਜਿਨ੍ਹਾਂ ਨੇ ਸਿੱਖ ਕੌਮ ਦਾ ਇੰਨਾ ਕਤਲੇਆਮ ਕੀਤਾ ਹੋਵੇ ਕੋਈ ਵੀ 27 ਸਾਲਾਂ ਤੋਂ ਜੇਲ੍ਹ 'ਚ ਬੰਦ। ਅੱਤਵਾਦੀ ਉਹ ਲੋਕ ਸੀਗੇ ਜਿਨ੍ਹਾਂ ਨੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ, ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕੀਤਾ। ਮੇਰੇ ਜਦੋਂ ਵੱਡੇ ਸਿਸਟਰ ਤੇ ਵੀਰ ਜੀ ਮੇਰੇ ਜਿਹੜੇ ਸਾਡੇ ਬ੍ਰਦਰ ਸੀ ਉਹ ਸ਼ਹੀਦ ਹੋਏ, ਉਸ ਤੋਂ ਬਾਅਦ ਵੀਰ ਜੀ ਨੂੰ ਅਡਾਪਟ ਕੀਤਾ ਸੀ ਜੀ ਮੇਰੇ ਮਦਰ ਫਾਦਰ ਨੇ। ਮਤਲਬ ਵੀਰ ਜੀ ਨੂੰ 1993 'ਚ ਅਡਾਪਟ ਕੀਤਾ ਸੀਗਾ। ਉਸ ਤੋਂ ਬਾਅਦ ਫਿਰ ਵੀਰ ਜੀ ਸਾਡੇ ਪਰਿਵਾਰ ਨਾਲ ਹੀ ਜੁੜੇ ਹੋਏ ਸੀਗੇ। ਬਹੁਤ ਬੇਇਨਸਾਫੀਆਂ ਹੋਈਆਂ, ਬਹੁਤ ਹੋਇਆ, ਪਰਿਵਾਰ ਵੀ ਸਾਰਾ ਚਲੇ ਗਿਆ। ਮਤਲਬ ਵੀਰ ਜੀ ਤੋਂ ਬਾਅਦ ਮੇਰੇ ਜਿਹੜੇ ਸਾਡੇ ਭੈਣ ਜੀ ਸੀ ਉਹਨਾਂ ਨੂੰ ਵੀ ਪਹਿਲਾਂ ਹੀ ਮਾਰ ਦਿੱਤਾ ਗਿਆ ਸੀ। ਸਾਡੇ ਫਾਦਰ ਸਾਹਿਬ, ਮੇਰੇ ਸਿਸਟਰ, ਮੇਰੇ ਮਦਰ, ਸਾਰਿਆਂ ਨੂੰ ਉਦੋਂ ਵੀ ਪੁਲਿਸ ਚੱਕ ਕੇ ਲੈ ਗਈ ਸੀ। ਘਰ ਨੂੰ ਅੱਗ ਲਾਉਣ ਦੇ ਹੁਕਮ ਦੇ ਦਿੱਤੇ ਸੀ ਪੁਲਿਸ ਨੇ। ਮਤਲਬ ਕਾਂਗਰਸ ਸਰਕਾਰ ਨੇ ਸਾਡੇ ਘਰ ਬਿਲਕੁਲ ਉਜਾੜਤੇ, ਬਿਲਕੁਲ ਤਬਾਹ ਕਰਤੇ ਸੀ। ਭਾਈ ਲਖਵਿੰਦਰ ਸਿੰਘ ਰਾਗੀ ਨੇ, ਉਹਨਾਂ ਦੇ ਅੱਖਾਂ ਨਹੀਂ ਸੀਗੀਆਂ ਤਾਂ ਵੀਰ ਜੀ ਨੇ ਆਪਣਾ ਪੂਰਾ ਸਰੀਰ ਮਤਲਬ ਆਪਣੀਆਂ ਅੱਖਾਂ ਸਾਰਾ ਕੁਝ ਮਤਲਬ ਦਾਨ ਕਰਤਾ ਸੀ। ਬਹੁਤ ਸਾਲ ਪਹਿਲਾਂ ਜਦੋਂ ਵੀਰ ਜੀ ਨੂੰ ਕੋਈ ਜਾਣਦਾ ਵੀ ਨਹੀਂ ਸੀ ਹੁੰਦਾ ਜੀ ਵੀ ਕੋਈ ਬਲਵੰਤ ਸਿੰਘ ਰਾਜੋਆਣਾ ਕੌਮ ਦੇ ਨੇ ਜਾਂ ਕੌਮ ਦਾ ਪੱਖ ਰੱਖ ਰਹੇ ਨੇ। ਵੀਰ ਜੀ ਇੱਕ ਚੀਜ਼ ਕਹਿੰਦੇ ਹੁੰਦੇ ਸੀ, ਘਰ ਘਰ ਤੇ ਕੇਸਰੀ ਨਿਸ਼ਾਨ ਲਹਿਰਾਵਾਂ। ਪ੍ਰੋ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਈਸ਼ਾ। ਬੰਦੀ ਸਿੰਘ ਰਿਹਾਈ ਦਾ ਮਸਲਾ ਹੈ ਜਿਹੜਾ ਹਮੇਸ਼ਾ ਹੀ ਭਖਿਆ ਰਹਿੰਦਾ ਹੈ। ਹਮੇਸ਼ਾ ਹੀ ਇਸ ਮਸਲੇ ਦੇ ਉੱਤੇ ਜਿਹੜੀ ਕਿ ਪੂਰੀ ਤਰ੍ਹਾਂ ਨਾਲ ਸਿਆਸੀ ਪਾਰਟੀਆਂ ਸਿਆਸਤ ਵੀ ਕਰਦੀਆਂ ਨੇ ਤੇ ਲੇਕਿਨ ਉਹਨਾਂ ਨੂੰ ਇਨਸਾਫ ਆ, ਉਹਨਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਅਜੇ ਤੱਕ ਨਹੀਂ ਮਿਲਿਆ। ਤੇ ਇਸੇ ਤਰ੍ਹਾਂ ਸਾਡੇ ਨਾਲ ਮੌਜੂਦ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਸਿਸਟਰ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਕਿ ਕੀ ਜਿਹੜੀ ਕਿ ਉਹਨਾਂ ਦੇ ਰਿਹਾਈ ਦੀ ਗੱਲ ਆ ਕਿੱਥੇ ਕੁ ਤੱਕ ਪਹੁੰਚੀ ਹੈ ਤੇ ਕਦੋਂ ਰਿਹਾਈ ਆ ਜਿਹੜੀ ਮਿਲਣ ਦੀ ਆਸ ਉਹਨਾਂ ਨੂੰ ਹੈ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਜੀ ਮੈਮ, ਸਭ ਤੋਂ ਪਹਿਲਾਂ ਤਾਂ ਸਾਨੂੰ ਭਾਈ ਰਾਜੋਆਣਾ ਜੀ ਦੇ ਬਾਰੇ ਕੁਝ ਗੱਲਾਂ ਦੱਸੋ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਯਾਦਾਂ ਨੇ ਉਹਨਾਂ ਦੀਆਂ। ਜੀ ਬਿਲਕੁਲ ਵੀਰ ਜੀ, ਬਹੁਤ ਜ਼ਿਆਦਾ ਮਤਲਬ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗੀ ਕਿ ਵੀ ਹਾਲਾਤ ਹੀ ਇਸ ਤਰ੍ਹਾਂ ਦੇ ਸੀਗੇ। ਜਿਹੜੀ 84 ਹੋਈ, 84 ਨੇ ਸਭ ਦੇ ਮਨਾਂ 'ਤੇ ਐਸਾ ਅਸਰ ਕੀਤਾ ਸੀਗਾ। ਵੀਰ ਜੀ ਨੇ ਢਹੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਖੜ੍ਹ ਕੇ ਅਰਦਾਸ ਕੀਤੀ ਸੀ ਛੇਵੇਂ ਪਾਤਸ਼ਾਹ ਜੀ ਦੇ ਅੱਗੇ ਕਿ ਛੇਵੇਂ ਪਾਤਸ਼ਾਹ ਜੀ ਬਲ ਬਖਸ਼ੋ, ਜਿਨ੍ਹਾਂ ਨੇ ਵੀ ਇਹ ਕੀਤਾ ਗਾ ਵੀ ਅਸੀਂ ਉਹਨਾਂ ਤੋਂ ਬਦਲਾ ਲੈ ਸਕੀਏ। ਉਹਦਾ ਕਾਰਨ ਇਹ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਟੈਂਕਾਂ ਤੋਪਾਂ ਨਾਲ ਢਹਿ ਢੇਰੀ ਕੀਤਾ ਗਿਆ, ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕੀਤਾ ਗਿਆ। ਤਾਂ ਇਹ ਸੀਗਾ ਇੱਕ ਤਰ੍ਹਾਂ ਨਾਲ ਇਹ ਹਮਲਾ ਹੈ। ਇਉਂ ਹੀ ਅਸੀਂ ਤਾਂ ਮਹਿਸੂਸ ਕਰਦੇ ਹਾਂ ਕਿ ਅੱਤਵਾਦੀ ਉਹ ਲੋਕ ਸੀਗੇ ਜਿਨ੍ਹਾਂ ਨੇ ਸਾਡੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ, ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕੀਤਾ। ਤਾਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਮਤਲਬ ਉਹੀ ਅੱਤਵਾਦੀਆਂ ਨੇ ਦਿੱਲੀ ਦੇ ਵਿੱਚ ਕਤਲੇਆਮ ਕੀਤਾ ਨਿਰਦੋਸ਼ ਸਿੱਖਾਂ ਦਾ। ਔਰ ਸਭ ਤੋਂ ਵੱਡੀ ਤਰਾਸਦੀ ਸਾਡੀ ਸਿੱਖਾਂ ਦੀ ਇਹ ਸੀ ਕਿ ਸਾਨੂੰ ਇਨਸਾਫ ਨਹੀਂ ਦਿੱਤਾ, ਨਾ ਹੀ ਸਾਨੂੰ ਅਦਾਲਤਾਂ ਨੇ ਇਨਸਾਫ ਦਿੱਤਾ ਅਤੇ ਕਿਤੇ ਵੀ ਇਨਸਾਫ ਨਹੀਂ ਮਿਲਿਆ ਹੈਗਾ। ਅਤੇ ਜੋ ਮਤਲਬ ਵੀਰ ਜੀ ਹੁਣਾਂ ਨੇ ਕੀਤਾ, ਵੀਰ ਜੀ ਰਾਜੋਆਣਾ ਜੀ ਹੁਣਾਂ ਨੇ, ਉਹ ਇੱਕ ਰਿਐਕਸ਼ਨ ਸੀਗਾ ਸੀ। ਅਤੇ ਸਾਡੀ ਤਰਾਸਦੀ ਇਹ ਆ ਕਿ ਸਿੱਖਾਂ ਦੇ ਉੱਤੇ ਸਭ ਤੋਂ ਵੱਧ ਜ਼ੁਲਮ ਹੋਇਆ ਅਤੇ ਸਿੱਖਾਂ ਨੂੰ ਹੀ ਅੱਤਵਾਦੀ ਬਣਾ ਦਿੱਤਾ ਗਿਆ ਸੀ। ਬਚਪਨ ਤੋਂ ਜਿਹੜੇ ਭਾਈ ਰਾਜੋਆਣਾ ਜੀ ਸੀ ਉਹਨਾਂ ਦੇ ਵਿਚਾਰ ਕਿਸ ਤਰ੍ਹਾਂ ਦੇ ਸੀਗੇ? ਜਿਸ ਤਰ੍ਹਾਂ ਸਾਰੇ ਦੇ ਵਿਚਾਰ ਹੁੰਦੇ ਆ ਜੀ,
ਮਤਲਬ ਵੀਰ ਜੀ ਨੂੰ ਮੈਂ ਇਹ ਕਹਾਂਗੀ, ਵੀਰ ਜੀ ਆਪਣੇ ਦੇਸ਼ ਨੂੰ, ਆਪਣੀ ਕੌਮ ਨੂੰ ਪਿਆਰ ਕਰਨ ਵਾਲੇ ਇਨਸਾਨ ਸੀਗੇ। ਆਪਣਾ ਮਤਲਬ ਇੰਨਾ ਜ਼ਿਆਦਾ ਸੀਗਾ, ਵੀਰ ਜੀ ਦੱਸਦੇ ਹੁੰਦੇ ਨੇ ਕਿ ਅਸੀਂ ਤਾਂ ਮਤਲਬ ਉਹ ਸਮਾਂ ਸੀਗਾ ਜਿਵੇਂ ਫੌਜ ਨੂੰ ਦੇਖਦੇ ਸੀ ਤਾਂ ਬੱਚੇ ਜਿਵੇਂ ਫੌਜ ਨੂੰ ਮਤਲਬ ਦੇਖ ਕੇ ਖੁਸ਼ੀ ਮਹਿਸੂਸ ਕਰਦੇ ਨੇ ਜਾਂ ਆਪਣਾ, ਅਤੇ ਮਤਲਬ ਉਹੀ ਮਤਲਬ ਜਿਹੜਾ ਨਜ਼ਰੀਆ ਸੀਗਾ 84 ਨੇ ਬਦਲ ਦਿੱਤਾ ਸੀਗਾ। ਬੇਇਨਸਾਫੀਆਂ ਨੇ ਮਤਲਬ ਜੋ ਸਾਡੀ ਕੌਮ 'ਤੇ ਜ਼ੁਲਮ ਹੋਏ, ਜੋ ਬੇਇਨਸਾਫੀਆਂ ਹੋਈਆਂ, ਉਹਨੇ ਉਹ ਨਜ਼ਰੀਆ ਬਦਲਿਆ ਸੀ। ਜੀ, ਬਚਪਨ ਦੇ ਵਿੱਚ ਕਦੀ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਇਸ ਤਰ੍ਹਾਂ ਦੇਸ਼ ਦੀ ਰੱਖਿਆ ਕਰੂੰਗਾ, ਮੈਂ ਇਹ ਬਣਨਾ? ਬਹੁਤ ਸਾਰੇ ਸੁਪਨੇ ਹੁੰਦੇ ਨੇ, ਜਿਵੇਂ ਤੁਸੀਂ ਕਿਹਾ ਕਿ ਦੇਸ਼ ਪ੍ਰੇਮੀ ਸੀਗੇ। ਵੀਰ ਜੀ ਤਾਂ ਸਪੋਰਟਸ ਸੀਗੇ, ਸਪੋਰਟਸ ਦੇ ਵਿੱਚ ਸੀਗੇ, ਅਤੇ 87 'ਚ ਮੇਰਾ ਖਿਆਲ ਆ ਵੀਰ ਜੀ ਭਰਤੀ ਹੋਏ ਪੁਲਿਸ ਦੇ ਵਿੱਚ। ਪਰ ਇਹ ਜਿਹੜਾ ਦਰਦ ਸੀਗਾ ਕੌਮ ਦਾ, ਉਹ ਮਤਲਬ ਬਹੁਤ ਡੂੰਘਾ ਸੀਗਾ ਸੀ। ਮਤਲਬ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਢਹਿ ਢੇਰੀ ਦਾ ਸਿੱਖਾਂ ਨੂੰ ਇਨਸਾਫ ਨਾ ਮਿਲਣਾ, ਉਸ ਤੋਂ ਬਾਅਦ ਵੀ ਪੰਜਾਬ ਦੀ ਧਰਤੀ 'ਤੇ ਜਿਹੜਾ ਵੀ ਜ਼ੁਲਮ ਕਾਂਗਰਸ ਸਰਕਾਰ ਵੱਲੋਂ ਹੋਇਆ, ਉਹਨੇ ਕਿਤੇ ਨਾ ਕਿਤੇ ਬਹੁਤ ਡੂੰਘੇ ਜ਼ਖਮ ਦਿੱਤੇ। ਜੀ, ਜਿਵੇਂ ਤੁਸੀਂ ਕਿਹਾ ਕਿ 87 ਦੇ ਵਿੱਚ ਭਰਤੀ ਹੋਏ ਸੀਗੇ, ਅਤੇ ਜਿਹੜਾ 87 ਦੇ ਵਿੱਚ ਭਰਤੀ ਹੋਣ ਦਾ ਕਾਰਨ 84 ਦਾ ਜਿਹੜੇ ਦੰਗੇ ਸੀਗੇ ਜਾਂ ਕਤਲੇਆਮ ਸੀ, ਉਹਦੇ ਕਰਕੇ ਸੀ? ਮੈਂ ਇਹ ਕਹਾਂਗੀ ਕਿ ਮਤਲਬ ਉਸ ਟਾਈਮ ਤਾਂ ਵੀਰ ਜੀ ਐਂ ਸੀਗਾ ਕਿ ਸਾਰਾ ਕੁਛ ਜਿਵੇਂ ਕਹਿ ਲਓ ਵੀ ਇੱਕ ਦਰਦ ਨੂੰ ਲੈ ਕੇ ਚੱਲਦੇ ਰਹੇ, ਵੀ ਰਾਸਤਾ ਕੋਈ ਨਹੀਂ ਸੀਗਾ। ਅਤੇ ਜਦੋਂ ਪਰਮਾਤਮਾ ਨੇ ਸੇਵਾ ਲੈਣੀ ਸੀਗੀ 95 ਦੇ ਵਿੱਚ ਉਦੋਂ ਕੀਤੀ, ਪਰ ਇਹਦਾ ਕਾਰਨ ਇੱਕੋ ਹੀ ਸੀਗਾ ਕਿ ਇਨਸਾਫ ਨਾ ਮਿਲਣਾ। ਜੇਕਰ ਕੌਮ ਨੂੰ ਇਨਸਾਫ ਮਿਲਦਾ, ਮਤਲਬ 84 ਦੇ ਕਾਤਲਾਂ ਨੂੰ ਸਜ਼ਾਵਾਂ ਮਿਲਦੀਆਂ। ਹੁਣ ਜਿਵੇਂ ਆਪਾਂ ਦੇਖਦੇ ਹਾਂ ਵੀ 84 'ਚ ਜਿਵੇਂ ਦਿੱਲੀ 'ਚ ਇੰਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ, ਤਾਂ ਜਿਵੇਂ ਵੀਰ ਜੀ ਦੀ ਸੋਚ ਆ ਕਿ ਉਹਨਾਂ ਨੂੰ ਕਤਲ ਕਰਨ ਵਾਲੇ ਵੀ ਤਾਂ ਹਜ਼ਾਰਾਂ ਲੋਕ ਹੋਣਗੇ। ਉਹਨਾਂ ਹਜ਼ਾਰਾਂ ਨੂੰ ਤੁਸੀਂ ਇਹ ਦੇਖੋ ਕਿ ਵੀਰ ਜੀ ਹੁਣਾਂ ਨੂੰ 27ਵਾਂ ਸਾਲ ਜੇਲ੍ਹ ਦੇ ਵਿੱਚ ਲੱਗ ਗਿਆ ਸੀ। 15 ਸਾਲਾਂ ਤੋਂ ਵੀਰ ਜੀ ਚੱਕੀ ਦੇ ਫਾਂਸੀ ਚੱਕੀ ਦੇ ਵਿੱਚ ਬੰਦ ਨੇ, ਔਰ ਸਾਡੀ ਤਰਾਸਦੀ ਇਹ ਕਿ 27 ਸਾਲਾਂ ਬਾਅਦ ਵੀ ਐਜ ਏ ਇੱਕ ਸਿੱਖ ਹੋਣ ਦੇ ਨਾਤੇ ਅਸੀਂ ਮਤਲਬ ਮਹਿਸੂਸ ਕਰਦੇ ਹਾਂ ਵੀ ਅਸੀਂ ਫੈਸਲਾ ਉਡੀਕ ਰਹੇ ਹਾਂ। ਪਰ ਕੀ ਮਤਲਬ ਕੋਈ ਇਹੋ ਜਿਹਾ ਜਿਨ੍ਹਾਂ ਨੇ ਸਿੱਖ ਕੌਮ ਦਾ ਇੰਨਾ ਕਤਲੇਆਮ ਕੀਤਾ ਹੋਵੇ, ਕੋਈ ਵੀ 27 ਸਾਲਾਂ ਤੋਂ ਜੇਲ੍ਹ 'ਚ ਬੰਦ ਆ? ਵੀ ਇਹ ਜਿਹੜਾ ਤਰਾਸਦੀ ਆ, ਇਹ ਬੇਇਨਸਾਫੀ ਵੀ ਸਾਡੇ ਸਿੱਖਾਂ ਦੇ ਹਿੱਸੇ ਹੀ ਆਈ ਆ ਕਿ 27 ਸਾਲਾਂ ਬਾਅਦ ਵੀ ਅਸੀਂ ਫੈਸਲੇ ਦੀ ਉਡੀਕ ਕਰ ਰਹੇ ਹਾਂ। ਇਹਨਾਂ 27 ਸਾਲਾਂ ਦੇ ਵਿੱਚ ਕੀ ਕੁਝ ਤੁਹਾਨੂੰ ਝੇਲਣਾ ਪਿਆ? ਕੀ ਕੁਝ ਕੀਤਾ ਤੁਸੀਂ ਕਿ ਵੀਰ ਜੀ ਨੇ ਜਿਹੜੇ ਤੁਹਾਡੇ ਉਹ ਬਾਹਰ ਆ ਜਾਣ? ਜੀ, ਇਸਦੇ ਵਿੱਚ ਮੈਂ ਤੁਹਾਨੂੰ ਕੀ ਦੱਸਾਂ ਕਿ 27 ਸਾਲਾਂ ਦਾ ਜਿਹੜਾ ਲੰਬਾ ਸਫ਼ਰ ਆ, ਵੀ ਸੌਖਾ ਸਫ਼ਰ ਨਹੀਂ ਸੀਗਾ। ਜਿਹਨੂੰ ਕਹਿ ਦਈਏ ਕਿ ਬਹੁਤ ਬਹੁਤ ਔਖਾ ਸਫ਼ਰ ਸੀਗਾ। ਵੀ ਇਹ ਸਫ਼ਰ ਤਾਂ ਇਹੋ ਜਿਹਾ ਸੀਗਾ ਕਿ ਜਿਵੇਂ 2007 ਦੇ ਵਿੱਚ ਵੀਰ ਜੀ ਨੂੰ ਡਿਸਟ੍ਰਿਕਟ ਕੋਰਟ ਤੋਂ ਫਾਂਸੀ ਦੀ ਸਜ਼ਾ ਹੋਈ, ਉਸ ਤੋਂ ਬਾਅਦ ਵੀਰ ਜੀ ਨੂੰ ਫਾਂਸੀ ਚੱਕੀ ਦੇ ਵਿੱਚ 22 ਘੰਟੇ ਬੰਦ ਕਰ ਦਿੱਤਾ ਗਿਆ ਸੀ, ਅਤੇ 2 ਘੰਟੇ, 1 ਘੰਟਾ ਸਵੇਰੇ, 1 ਘੰਟਾ ਸ਼ਾਮ ਨੂੰ ਵੀਰ ਜੀ ਨੂੰ ਖੋਲ੍ਹਿਆ ਜਾਂਦਾ ਸੀਗਾ। ਜਦੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਸ ਟਾਈਮ ਪਰਿਵਾਰਕ ਮਾਹੌਲ ਇੱਕਦਮ ਕਿਸ ਤਰ੍ਹਾਂ ਦਾ ਹੋ ਗਿਆ ਸੀ? ਪਰਿਵਾਰਿਕ ਮਾਹੌਲ ਅਸੀਂ ਇਸ ਤਰ੍ਹਾਂ ਸੀਗਾ ਕਿ ਵੀਰ ਜੀ ਦੇ ਵਿਚਾਰਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸੀ। ਜਿਸ ਤਰ੍ਹਾਂ ਮਤਲਬ ਵੀਰ ਜੀ ਨੇ ਅਦਾਲਤ ਦੇ ਵਿੱਚ ਵਕੀਲ ਨਹੀਂ ਸੀ ਕੀਤਾ, ਅਤੇ ਵੀਰ ਜੀ ਨੇ ਜਿੰਨਾ ਵੀ ਸਿੱਖ ਕੌਮ 'ਤੇ ਜ਼ੁਲਮ ਹੋਇਆ ਸੀ ਉਹ ਸਾਰੇ ਨੂੰ ਅਦਾਲਤ ਦੇ ਵਿੱਚ ਰੱਖਿਆ ਸੀਗਾ। ਵੀਰ ਜੀ ਨੇ ਕਾਰਨ ਦੱਸਿਆ ਸੀਗਾ ਕਿ ਕਿਉਂ ਮਤਲਬ ਅਸੀਂ ਇਹ ਰਾਸਤਾ ਚੁਣਿਆ, ਅਤੇ ਅਦਾਲਤ ਨੂੰ ਇਹ ਕਿਹਾ ਸੀਗਾ, ਅਦਾਲਤ ਦੇ ਵਿੱਚ ਵੀਰ ਜੀ ਨੇ ਕਿਹਾ ਸੀ ਕਿ ਸਾਨੂੰ ਅਦਾਲਤਾਂ ਤੋਂ ਇਨਸਾਫ ਨਹੀਂ ਮਿਲਿਆ ਹੈਗਾ। ਵੀ ਕਿਸੇ ਵੀ ਸੰਸਥਾ ਨੇ, ਕਿਸੇ ਵੀ ਜਿੰਨੀਆਂ ਵੀ ਸੰਸਥਾਵਾਂ ਹੁੰਦੀਆਂ ਨੇ, ਸੰਵਿਧਾਨਿਕ ਸੰਸਥਾਵਾਂ ਨੇ, ਕਿਸੇ ਨੇ ਵੀ ਸਿੱਖਾਂ ਦੇ ਨਾਲ ਇਨਸਾਫ ਨਹੀਂ ਕੀਤਾ ਹੈਗਾ, ਅਤੇ ਉਹਦੇ ਰੋਸ ਵਜੋਂ ਵੀਰ ਜੀ ਨੇ ਮਤਲਬ ਵਕੀਲ ਨਹੀਂ ਸੀ ਕੀਤਾ ਸੀ। ਇਹ ਰੋਸ ਸੀਗਾ ਜੋ ਸਿੱਖ ਕੌਮ ਦੇ ਨਾਲ ਬੇਇਨਸਾਫੀਆਂ ਹੋਈਆਂ, ਸ਼੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕੀਤੇ ਗਏ, ਹਜ਼ਾਰਾਂ ਸਿੱਖਾਂ ਦਾ ਕਤਲੇਆਮ ਹੋਇਆ, ਕਿਸੇ ਇੱਕ ਕਾਤਲ ਨੂੰ ਵੀ ਕੋਈ ਸਜ਼ਾ ਨਹੀਂ। ਇਹੀ ਇੱਕ ਰੋਸ ਸੀਗਾ ਜਿਹਦੇ ਕਰਕੇ ਵੀਰ ਜੀ ਨੇ ਮਤਲਬ ਅਸੀਂ ਪਰਿਵਾਰ ਹਮੇਸ਼ਾ, ਸਾਨੂੰ ਤਾਂ ਮਾਣ ਹੀ ਰਿਹਾ ਵੀਰ ਜੀ 'ਤੇ ਹਮੇਸ਼ਾ। ਇੱਕ ਭੈਣ 27 ਸਾਲਾਂ ਤੋਂ ਆਪਣੇ ਵੀਰ ਦੇ ਲਈ ਲੜਦੀ ਆ ਰਹੀ ਹੈ, ਕਿਸ ਤਰ੍ਹਾਂ ਇਸ ਦੀ ਸ਼ੁਰੂਆਤ ਹੋਈ? ਕਿੱਥੇ ਕਿੱਥੇ ਗਏ ਤੁਸੀਂ? ਕਿਹਨਾਂ ਨੇ ਤੁਹਾਨੂੰ ਸੋਝੀ ਪਾਈ ਕਿ ਇਹ ਕੰਮ ਇਸ ਤਰ੍ਹਾਂ ਕਰਨਾ ਚਾਹੀਦਾ? ਅਸੀਂ ਸਭ ਤੋਂ ਪਹਿਲਾਂ ਤਾਂ ਮੈਂ ਕਹਾਂਗੀ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈ ਕੇ, ਸਭ ਤੋਂ ਪਹਿਲਾਂ ਤਾਂ ਜਦੋਂ 22 ਘੰਟੇ ਬੰਦ ਹੁੰਦੇ ਸੀ ਵੀਰ ਜੀ, ਤਾਂ ਸਾਡੇ ਮਨ 'ਚ ਮਤਲਬ ਇੱਕ ਫੈਮਿਲੀ, ਅਸੀਂ ਮਤਲਬ ਇੱਕ ਬਹੁਤ ਬੇਚੈਨੀ ਮਹਿਸੂਸ ਕਰਦੇ ਸੀਗੇ। ਅਸੀਂ ਉਹ ਟਾਈਮ ਹਰ ਹਫ਼ਤੇ ਵੀਰ ਜੀ ਨਾਲ ਮੁਲਾਕਾਤ ਕਰਦੇ ਸੀਗੇ। ਸਾਨੂੰ ਇਹ ਹੁੰਦਾ ਸੀ ਵੀਰ ਜੀ ਨਾਲ ਹਰ ਹਫ਼ਤੇ ਮੁਲਾਕਾਤ ਕਰੀਏ। ਇੱਕ ਚੀਜ਼ ਮੈਂ ਇੱਥੇ ਚਾਹੂੰਗੀ ਕਿ ਉਸ ਟਾਈਮ ਵੀ ਗੁਰੂ ਸਾਹਿਬ ਜੀ ਦਾ ਇੰਨਾ ਆਸਰਾ ਸੀ ਕਿ ਵੀਰ ਜੀ ਉਹਨਾਂ ਨੂੰ ਕੀਰਤਨ ਦਿਖਾਇਆ ਜਾਂਦਾ ਸੀ ਜੀ, ਅਤੇ ਉਸ ਟਾਈਮ 'ਤੇ ਵੀਰ ਜੀ ਨੇ ਕੀਰਤਨ, ਭਾਈ ਲਖਵਿੰਦਰ ਸਿੰਘ ਰਾਗੀ ਨੇ, ਉਹਨਾਂ ਦੇ ਅੱਖਾਂ ਨਹੀਂ ਸੀਗੀਆਂ,
ਤਾਂ ਵੀਰ ਜੀ ਨੇ ਆਪਣਾ ਪੂਰਾ ਸਰੀਰ ਮਤਲਬ ਆਪਣੀਆਂ ਅੱਖਾਂ ਸਾਰਾ ਕੁਛ ਮਤਲਬ ਦਾਨ ਕਰਤਾ ਸੀਗਾ। ਮੈਂ ਇਹ ਕਹਾਂਗੀ ਕਿ ਜਿੱਥੇ ਇੱਕ ਪਾਸੇ ਜਿੰਨਾ ਵੀਰ ਜੀ ਨੂੰ ਮਤਲਬ ਸਾਡੇ ਬਹੁਤ ਸਾਰੇ ਐਸੇ ਸਿਆਸੀ ਲੀਡਰ ਨੇ ਜਿਹੜੇ ਅੱਤਵਾਦੀ ਕਹਿ ਕੇ ਅੱਤਵਾਦੀ ਕਹਿੰਦੇ ਨੇ, ਤਾਂ ਉੱਥੇ ਮੈਂ ਕਹਾਂਗੀ ਕਿ ਮੇਰੇ ਵੀਰ ਜੀ ਜਿਨ੍ਹਾਂ ਨੇ ਆਪਣਾ ਸਾਰਾ ਸਰੀਰ ਮਤਲਬ ਕਿ ਆਪਣੀਆਂ ਅੱਖਾਂ ਉਹਨਾਂ ਨੂੰ ਦਾਨ ਕਰਤੀਆਂ ਸੀਗੀਆਂ, ਅਤੇ ਇਹ ਮਤਲਬ ਮੇਰੇ ਵੀਰ ਜੀ ਦੇ ਮਤਲਬ ਇੱਕ ਉਹ ਆ ਜੀ, ਮਤਲਬ ਮੇਰੇ ਵੀਰ ਜੀ ਉਹੀ ਕਰ ਸਕਦੇ ਸੀਗੇ। ਤੇ ਤੁਸੀਂ ਕਿਹਾ ਜਿਵੇਂ ਕਿ ਅਸੀਂ ਹਰ ਹਫਤੇ ਉਡੀਕ ਕਰਦੇ ਹੁੰਦੇ ਸੀਗੇ ਕਿ ਵੀਰ ਜੀ ਨੂੰ ਮਿਲ ਕੇ ਆਉਣਾ ਵਾ, ਤੇ ਕਿਸ ਤਰ੍ਹਾਂ ਦੀਆਂ ਗੱਲਾਂ ਉਸ ਟਾਈਮ ਉਹ ਕਰਦੇ ਹੁੰਦੇ ਸੀਗੇ, ਕਿਹੜੀਆਂ ਗੱਲਾਂ ਸਾਂਝੀਆਂ ਕਰਦੇ ਸੀ? ਬਸ ਉੱਥੇ ਜਾ ਕੇ ਜੀ ਅਸੀਂ ਐਂ ਸੀ, ਬੱਚੇ ਵੀ ਛੋਟੇ ਛੋਟੇ ਹੁੰਦੇ ਸੀ ਸਾਡੇ ਨਾਲ, ਬੱਚਿਆਂ ਨੇ ਵੀ ਮਤਲਬ ਤੁਸੀਂ ਇਹ ਦੇਖ ਲਓ ਵੀ ਸਾਡੇ ਨਾਲ ਹੀ ਸਫ਼ਰ ਤੈਅ ਕੀਤਾ। ਬੱਚੇ ਜੇਲ੍ਹ ਦੀਆਂ ਸਲਾਖਾਂ ਨੂੰ ਦੇਖਦੇ ਹੋਈ ਵੱਡੇ ਹੋਏ ਆ ਵੀਰ ਜੀ ਨੂੰ ਅੰਦਰ ਆਪਦੇ ਮਾਮਾ ਜੀ ਨੂੰ। ਬਸ ਉਦੋਂ ਤਾਂ ਇਹ ਚੀਜ਼ ਸੀ, ਬਸ ਇੱਕ ਪਤਾ ਨਹੀਂ ਕਿਹੜੀ ਚੀਜ਼ ਸੀ, ਗੁਰੂ ਸਾਹਿਬ ਜੀ ਦੇ ਓਟ ਆਸਰੇ ਨਾਲ ਚੱਲਦੇ ਗਏ। ਬਸ ਇੱਕ ਉਮੀਦ ਜ਼ਰੂਰ ਸੀ, ਇੱਕ ਅਰਦਾਸ ਮਤਲਬ ਗੁਰੂ ਸਾਹਿਬ ਜੀ ਅੱਗੇ ਅਸੀਂ ਹਮੇਸ਼ਾ ਕਰਦੇ ਹੁੰਦੇ ਸੀ ਕਿ ਵੀਰ ਜੀ ਘਰੇ ਆਉਣ। ਇਹ ਇੱਕ ਵਿਸ਼ਵਾਸ ਵੀ ਸੀਗਾ ਗੁਰੂ ਸਾਹਿਬ 'ਤੇ ਕਿ ਬਹੁਤ ਬੇਇਨਸਾਫੀਆਂ ਹੋਈਆਂ, ਬਹੁਤ ਹੋਇਆ, ਪਰਿਵਾਰ ਵੀ ਸਾਰਾ ਚਲੇ ਗਿਆ। ਮਤਲਬ ਵੀਰ ਜੀ ਤੋਂ ਬਾਅਦ ਮੇਰੇ ਜਿਹੜੇ ਸਾਡੇ ਭੈਣ ਜੀ ਸੀ ਉਹਨਾਂ ਨੂੰ ਵੀ ਪਹਿਲਾਂ ਹੀ ਮਾਰ ਦਿੱਤਾ ਗਿਆ ਸੀ। ਮੇਰੇ ਜਿਹੜੇ ਸਾਡੇ ਵੀਰ ਜੀ ਸੀ ਉਹ ਵੀ ਸ਼ਹੀਦ ਹੋ ਚੁੱਕੇ ਸੀ। ਮਦਰ ਸਾਡੇ ਸੀ 2013 'ਚ ਉਹਨਾਂ ਦੀ ਡੈਥ ਹੋ ਗਈ ਸੀ। ਮਤਲਬ ਪੂਰਾ ਪਰਿਵਾਰ, ਫਾਦਰ ਸਾਹਿਬ ਉਡੀਕਦੇ ਚਲੇ ਗਏ। ਅਤੇ ਇਸ ਕਰਕੇ ਮਤਲਬ ਸਾਨੂੰ ਹਮੇਸ਼ਾ ਇੱਕੋ ਹੀ ਅਰਦਾਸ ਸੀ ਪਰਮਾਤਮਾ ਅੱਗੇ ਕਿ ਵੀਰ ਜੀ ਜ਼ਰੂਰ ਘਰੇ ਆਉਣ ਜੀ। ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਵੀ ਤੁਹਾਡੇ ਵੀਰ ਤੇ ਭੈਣ ਆ ਜਿਹੜੇ ਉਹਨਾਂ ਨੇ ਵੀ ਆਪਣੀ ਜਾਨ ਗਵਾ ਦਿੱਤੀ, ਉਹਨਾਂ ਨੇ ਕਿਸ ਤਰ੍ਹਾਂ ਆਪਣੀ ਜਾਨ ਗਵਾਈ, ਉਦੋਂ ਕੀ ਹੋਇਆ ਸੀ? ਮਤਲਬ ਉਸ ਟਾਈਮ ਜਦੋਂ ਇਹ ਇੱਕ ਸੰਘਰਸ਼ ਚੱਲ ਰਿਹਾ ਸੀਗਾ, ਜਦੋਂ ਕਿ ਇੰਨੀਆਂ ਬੇਇਨਸਾਫੀਆਂ ਹੋਈਆਂ, ਉਹਦਾ ਰਿਐਕਸ਼ਨ ਹੀ ਸੀਗਾ ਇੱਕ। ਤਾਂ ਵੀਰ ਜੀ ਹੁਣੇ ਵੀ ਮਤਲਬ ਉਹਨਾਂ ਹਾਲਾਤਾਂ ਦੇ ਵਿੱਚ ਸੰਘਰਸ਼ 'ਚ ਸ਼ਾਮਲ ਹੋਏ ਸੀਗੇ, ਅਤੇ ਉਹਦੇ ਕਰਕੇ ਸਾਡੇ ਪਰਿਵਾਰ ਨੂੰ ਬਹੁਤ ਜ਼ਿਆਦਾ ਉਸ ਟਾਈਮ ਵੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸੀਗਾ। ਸਾਡੇ ਫਾਦਰ ਸਾਹਿਬ, ਮੇਰੇ ਸਿਸਟਰ, ਮੇਰੇ ਮਦਰ, ਸਾਰਿਆਂ ਨੂੰ ਉਦੋਂ ਵੀ ਪੁਲਿਸ ਚੱਕ ਕੇ ਲੈ ਗਈ ਸੀ ਜੀ। ਇੱਥੋਂ ਤੱਕ ਮਤਲਬ ਸਾਡੇ ਘਰ ਦਾ ਕੋਈ ਸਮਾਨ ਵੀ ਨਹੀਂ ਸੀ ਛੱਡਿਆ, ਘਰ ਨੂੰ ਅੱਗ ਲਾਉਣ ਦੇ ਹੁਕਮ ਦਿੱਤੇ ਸੀ ਪੁਲਿਸ ਨੇ। ਮਤਲਬ ਕਾਂਗਰਸ ਸਰਕਾਰ ਨੇ ਸਾਡੇ ਘਰ ਬਿਲਕੁਲ ਉਜਾੜਤੇ, ਬਿਲਕੁਲ ਤਬਾਹ ਕਰਤੇ ਸੀ। ਬਾਰ-ਬਾਰ ਕਾਂਗਰਸ ਸਰਕਾਰ ਨੂੰ ਦੋਸ਼ ਦਿੱਤਾ ਜਾ ਰਿਹਾ ਵਾ, ਬਾਰ-ਬਾਰ ਕਾਂਗਰਸ ਸਰਕਾਰ ਨੂੰ ਹੀ ਕਿਉਂ ਕਿਹਾ ਜਾ ਰਿਹਾ? ਦੇਖੋ ਜੀ, ਕਾਂਗਰਸ ਸਰਕਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਹਮਲਾ ਕੀਤਾ ਸੀਗਾ। ਕਾਂਗਰਸ ਸਰਕਾਰ ਉਦੋਂ ਸੈਂਟਰ ਦੇ ਵਿੱਚ ਕਾਂਗਰਸ ਸਰਕਾਰ ਸੀ ਜਦੋਂ ਸਿੱਖਾਂ ਦਾ ਦਿੱਲੀ ਦੇ ਵਿੱਚ ਇੰਨਾ ਕਤਲੇਆਮ ਹੋਇਆ। ਤੁਸੀਂ ਸੋਚੋ ਕਿ ਰਾਜਧਾਨੀ 'ਚ ਹੋਵੇ ਦੇਸ਼ ਦੀ ਅਤੇ ਸਿੱਖਾਂ ਦਾ ਕਤਲੇਆਮ ਹੋਵੇ। ਹੁਣ ਤੁਸੀਂ ਇਹ ਦੇਖੋ ਕਿ ਜਦੋਂ ਸਿੱਖਾਂ ਨੂੰ ਅੱਤਵਾਦੀ ਕਿਹਾ ਜਾਂਦਾ, ਉਹ ਲੋਕ ਇਹ ਤਾਂ ਜਵਾਬ ਦੇਣ ਵੀ ਜਿਹੜੇ ਦਿੱਲੀ ਦੇ ਵਿੱਚ ਇੰਨੇ ਸਿੱਖਾਂ ਦਾ ਕਤਲੇਆਮ ਹੋਇਆ, ਕੀ ਉਹ ਪਾਕਿਸਤਾਨ ਦੇ ਸੀਗੇ? ਉਹ ਇਸੇ ਦੇਸ਼ ਦੇ ਵਾਸੀ ਸੀ ਨਾ। ਅਤੇ ਉਹਨਾਂ ਨੂੰ ਕਤਲ ਕਰਨ ਵਾਲੇ ਅੱਤਵਾਦੀ ਸੀ, ਜਾਂ ਇਨਸਾਫ ਬੇਇਨਸਾਫੀਆਂ ਤੋਂ ਦੁਖੀ ਹੋ ਕੇ ਜਿਨ੍ਹਾਂ ਨੇ ਰਿਐਕਸ਼ਨ ਕੀਤਾ ਉਹ ਅੱਤਵਾਦੀ ਨੇ? ਤਾਂ ਉਹ ਇਹ ਵੀ ਦੱਸਣ ਕਿ ਕੀ ਜਿਨ੍ਹਾਂ ਨੇ ਮਤਲਬ ਸਿੱਖਾਂ ਦਾ ਕਤਲੇਆਮ ਕੀਤਾ, ਕੋਈ ਇੱਕ ਵੀ ਕਾਤਲ ਮਤਲਬ ਸਿੱਖਾਂ ਦਾ ਕਿਸੇ ਨੂੰ ਸਜ਼ਾ ਹੋਈ? ਕੋਈ 27 ਸਾਲਾਂ ਤੋਂ ਜੇਲ੍ਹ ਦੇ ਵਿੱਚ, ਅਸੀਂ 27 ਸਾਲਾਂ ਤੋਂ ਮਤਲਬ ਫੈਸਲੇ ਦੀ ਉਡੀਕ ਕਰ ਰਹੇ ਹਾਂ ਕਿ ਕਿਸੇ ਸਿੱਖ ਕੌਮ ਦੇ ਕਾਤਲ ਨੂੰ ਕੋਈ ਸਜ਼ਾ ਹੋਈ? ਕਿੰਨੇ ਹਜ਼ਾਰਾਂ ਕਾਤਲ ਹੋਣਗੇ ਸਿੱਖ ਕੌਮ ਦੇ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਉਸ ਟਾਈਮ 'ਤੇ, ਕੋਈ ਇੱਕ ਕਾਤਲ ਵੀ ਜੇਲ੍ਹ 'ਚ ਨਹੀਂ ਹੈਗਾ। ਜਿਵੇਂ ਕਿ ਭਾਈ ਰਾਜੋਆਣਾ ਜੀ ਨੇ 27 ਸਾਲ ਹੋ ਗਏ ਨੇ ਉਹਨਾਂ ਨੂੰ ਜੇਲ੍ਹ ਦੇ ਵਿੱਚ, ਅਤੇ ਸੰਘਰਸ਼ ਕਰਨ ਵਾਲੇ ਤੁਸੀਂ ਰਹਿ ਗਏ ਸੀ ਬਾਹਰ ਕਿ ਮੈਂ ਆਪਣੇ ਵੀਰ ਨੂੰ ਬਚਾ ਲਿਆਵਾਂ, ਅਤੇ ਕਿੱਦਾਂ ਇਹ ਸੰਘਰਸ਼ ਸ਼ੁਰੂ ਹੋਇਆ, ਕਿੱਥੇ ਕਿੱਥੇ ਤੁਸੀਂ ਗਏ? ਅਸੀਂ ਸਭ ਤੋਂ ਪਹਿਲਾਂ ਤਾਂ ਜੀ ਵੀਰ ਜੀ ਨੇ ਆਪਣਾ ਸੰਘਰਸ਼ ਆ ਜਿਹੜਾ, ਜਦੋਂ ਅਦਾਲਤਾਂ ਦੇ ਵਿੱਚ ਵੀਰ ਜੀ ਨੇ ਆਪਣੀ ਕੌਮ ਦਾ ਪੱਖ ਰੱਖਿਆ, ਤਾਂ ਉਸ ਤੋਂ ਬਾਅਦ ਵੀਰ ਜੀ ਨੇ ਆਪਣਾ ਸਾਰਾ ਸੰਘਰਸ਼ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਕਰ ਦਿੱਤਾ ਸੀਗਾ। ਸਭ ਤੋਂ ਪਹਿਲਾਂ ਤਾਂ ਅਸੀਂ ਮਤਲਬ ਮੈਨੂੰ ਵੀਰ ਜੀ ਨੇ ਡਿਊਟੀ ਦਿੱਤੀ ਸੀ ਕਿ ਅਸੀਂ ਵੀਰ ਜੀ ਦੇ ਜਿੰਨੇ ਬਿਆਨ ਨੇ ਸਾਰਾ ਕੁਛ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਸਮਰਪਿਤ ਕਰ ਦਈਏ। ਤਾਂ ਵੀਰ ਜੀ ਨੇ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਮਰਪਿਤ ਕਰ ਦਿੱਤਾ ਸੀਗਾ, ਅਤੇ ਫਿਰ ਗੁਰੂ ਸਾਹਿਬ ਜੀ ਦੀ 6ਵੇਂ ਪਾਤਸ਼ਾਹ ਦੀ ਕਿਰਪਾ ਸੀ, ਜਦੋਂ 2012 ਦੇ ਵਿੱਚ ਵੀਰ ਜੀ ਦੀ ਫਾਂਸੀ ਦੀ ਤਰੀਕ ਤੈਅ ਹੋਈ, ਤਾਂ ਵੀ ਅਸੀਂ ਮਤਲਬ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਹੀ ਗਏ ਸੀਗੇ। ਉੱਥੇ ਹੀ ਸਾਡੀ ਅਰਦਾਸ ਸੀ। ਫਿਰ ਵੀਰ ਜੀ ਦੀ ਇੱਕ ਚੀਜ਼ ਹੁੰਦੀ ਸੀ, ਇੱਥੇ ਮੈਂ ਕਹਾਂਗੀ ਮਤਲਬ ਇਹਨੂੰ ਤੁਸੀਂ ਪਰਮਾਤਮਾ ਦਾ ਆਸ਼ੀਰਵਾਦ ਕਹੋ। ਬਹੁਤ ਸਾਲ ਪਹਿਲਾਂ ਜਦੋਂ ਵੀਰ ਜੀ ਨੂੰ ਕੋਈ ਜਾਣਦਾ ਵੀ ਨਹੀਂ ਸੀ ਹੁੰਦਾ ਜੀ ਵੀ ਕੋਈ ਬਲਵੰਤ ਸਿੰਘ ਰਾਜੋਆਣਾ ਕੌਮ ਦੇ ਨੇ ਜਾਂ ਕੌਮ ਦਾ ਪੱਖ ਰੱਖ ਰਹੇ। ਵੀਰ ਜੀ ਇੱਕ ਚੀਜ਼ ਕਹਿੰਦੇ ਹੁੰਦੇ ਸੀ, ਘਰ ਘਰ 'ਤੇ ਕੇਸਰੀ ਨਿਸ਼ਾਨ ਲਹਿਰਾਵਾਂਗਾ। ਜੇ ਮਤਲਬ ਮੈਨੂੰ ਇਹ ਚੀਜ਼ ਹੁੰਦੀ ਆ, ਮੈਂ ਘਰ ਘਰ 'ਤੇ ਕੇਸਰੀ ਨਿਸ਼ਾਨ, ਤਾਂ ਮੈਂ ਇਹ ਸੋਚਦੀ ਹੁੰਦੀ ਸੀ ਵੀ ਵੀਰ ਜੀ ਨੂੰ ਤਾਂ ਕੋਈ ਜਾਣਦਾ ਵੀ ਨਹੀਂ ਹੈਗਾ, ਇਹ ਚੀਜ਼ ਕਿਵੇਂ ਹੋ ਸਕਦੀ ਆ? ਪਰ ਮੈਂ ਕਹਾਂਗੀ ਇਹ ਵੀਰ ਜੀ ਦੀ ਬੰਦਗੀ ਸੀਗੀ,
ਜੇਲ੍ਹ ਦੇ ਵਿੱਚ ਇੰਨੀ ਬੰਦਗੀ, ਤੁਸੀਂ ਇਹ ਦੇਖੋ ਕਿ 2012 'ਚ ਜਦੋਂ ਤਰੀਕ ਹੋਈ, ਘਰ ਘਰ 'ਤੇ ਕੇਸਰੀ ਨਿਸ਼ਾਨ ਲਹਿਰਾਇਆ ਗਿਆ ਅਤੇ ਲੋਕਾਂ ਨੇ ਇੰਨਾ ਖਾਲਸਾ ਪੰਥ ਨੇ ਸਾਥ ਦਿੱਤਾ ਕਿ ਵੀਰ ਜੀ ਦੀ ਜਿਹੜੀ ਫਾਂਸੀ ਆ ਉਹ ਮਤਲਬ ਕਿ ਉਸ ਟਾਈਮ 'ਤੇ ਰੁਕੀ। ਔਰ ਅਸੀਂ ਇਹ ਵੀ ਆ ਕਿ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਥ ਦਿੱਤਾ ਜੀ। ਸਾਡਾ ਤਾਂ ਪਰਿਵਾਰ ਦਾ ਉਸ ਟਾਈਮ ਵੀ, ਸ਼੍ਰੋਮਣੀ ਅਕਾਲੀ ਦਲ ਨੇ ਵੀ ਉਸ ਟਾਈਮ ਖੜ੍ਹੇ, ਕਿਉਂਕਿ ਸੈਂਟਰ ਦੇ ਵਿੱਚ ਕਾਂਗਰਸ ਸਰਕਾਰ ਸੀ ਅਤੇ ਵੀਰ ਜੀ ਨੇ ਕੋਈ ਵੀ ਕਾਂਗਰਸ ਸਰਕਾਰ ਦੇ ਅੱਗੇ ਕੋਈ ਵੀ ਅਪੀਲ ਬੇਨਤੀ ਕਰਨ ਤੋਂ ਇਨਕਾਰ ਕਰਤਾ ਸੀਗਾ। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰੇ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਉਸ ਟਾਈਮ ਰਾਸ਼ਟਰਪਤੀ ਕੋਲ ਅਪੀਲ ਕੀਤੀ। ਉਸ ਅਪੀਲ 'ਤੇ ਸਟੇ ਹੋਈ, ਪਰ ਇਹ ਹੈ ਕਿ 2012 ਤੋਂ ਬਾਅਦ ਅੱਜ ਤੱਕ ਉਸ ਅਪੀਲ 'ਤੇ ਫੈਸਲਾ ਨਹੀਂ ਹੋਇਆ ਜੀ। 2019 ਦੇ ਵਿੱਚ ਵੀ ਇੱਕ ਜਦੋਂ 550ਵਾਂ ਪ੍ਰਕਾਸ਼ ਪੁਰਬ ਸੀਗਾ ਗੁਰੂ ਨਾਨਕ ਦੇਵ ਜੀ ਦਾ, ਤਾਂ ਉਦੋਂ ਵੀ ਇੱਕ ਗੱਲ ਕਹੀ ਗਈ ਸੀ ਕਿ ਜਿਨ੍ਹਾਂ ਦੀ ਉਮਰ ਕੈਦ ਦੀ ਸਜ਼ਾ ਵਾ ਉਹ ਮਾफ़ ਕਰ ਦਿੱਤੀ ਜਾਏਗੀ ਅਤੇ ਉਹਨਾਂ ਵਿੱਚੋਂ ਇੱਕ ਜਿਨ੍ਹਾਂ ਦੀ ਫਾਂਸੀ ਦੀ ਸਜ਼ਾ ਵਾ ਉਹਨੂੰ ਉਮਰ ਕੈਦ ਦੇ ਵਿੱਚ ਤਬਦੀਲ ਕਰ ਦਿੱਤਾ ਜਾਏਗਾ ਅਤੇ ਉਹ ਭਾਈ ਰਾਜੋਆਣਾ ਜੀ ਸੀਗੇ। ਅਤੇ ਉਸ ਫੈਸਲੇ ਦਾ ਕੀ ਬਣਿਆ? ਹਾਂਜੀ, ਸਾਨੂੰ ਉਦੋਂ ਬਹੁਤ ਜ਼ਿਆਦਾ ਮਨ ਨੂੰ ਬਹੁਤ ਖੁਸ਼ੀ ਹੋਈ ਸੀ ਕਿ ਦੇਖੋ ਇੰਨੇ ਵੱਡੇ ਦਿਨ 'ਤੇ 550 ਸਾਲਾ ਪ੍ਰਕਾਸ਼ ਪੁਰਬ ਜੀ 'ਤੇ ਮਤਲਬ ਗੁਰੂ ਨਾਨਕ ਪਾਤਸ਼ਾਹ ਜੀ 'ਤੇ ਇਹ ਫੈਸਲਾ ਆਇਆ ਤਾਂ ਸਾਡੇ ਪਰਿਵਾਰ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਸੀ। ਸਾਡੇ ਫਾਦਰ ਸਾਹਿਬ ਸੀਗੇ, ਸਾਨੂੰ ਹੁੰਦਾ ਸੀਗਾ ਕਿ ਫਾਦਰ ਸਾਹਿਬ ਦੇ ਨਾਲ, ਡੈਡੀ ਦੇ ਨਾਲ ਮਤਲਬ ਵੀਰ ਜੀ ਕੁਛ ਸਮਾਂ ਰਹਿਣਗੇ ਅਤੇ ਬਿਮਾਰ ਸੀਗੇ ਫਾਦਰ ਸਾਹਿਬ, ਤਾਂ ਮਤਲਬ ਉਸ ਤੋਂ ਬਾਅਦ ਉਹ ਫੈਸਲਾ ਲਾਗੂ ਹੀ ਨਹੀਂ ਕੀਤਾ ਜੀ ਅੱਜ ਤੱਕ। ਮੈਂ ਇੱਥੇ ਕਹਾਂਗੀ ਕਿ 2020 ਦੇ ਵਿੱਚ ਅਸੀਂ ਮਤਲਬ ਸੁਪਰੀਮ ਕੋਰਟ 'ਚ ਵੀ ਅਪੀਲ ਪਾਈ ਕਿ ਉਸ ਫੈਸਲੇ ਨੂੰ ਲਾਗੂ ਕੀਤਾ ਜਾਵੇ। ਸੁਪਰੀਮ ਕੋਰਟ ਨੇ ਵੀ ਮਤਲਬ ਇਹਨਾਂ ਨੂੰ, ਕੇਂਦਰ ਸਰਕਾਰ ਨੂੰ ਆਦੇਸ਼ ਕੀਤਾ ਕਿ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ 'ਤੇ 550 ਸਾਲਾਂ 'ਤੇ ਫੈਸਲਾ ਲੈ ਚੁੱਕੇ ਹੋ, ਵੀ ਤੁਸੀਂ ਉਸ ਫੈਸਲੇ ਨੂੰ ਲਾਗੂ ਕਰੋ, ਪਰ ਇੰਨੇ ਸਮੇਂ ਬਾਅਦ ਵੀ ਉਹਨਾਂ ਨੇ ਫੈਸਲਾ ਲਾਗੂ ਨਹੀਂ ਕੀਤਾ। ਸਾਡੀ ਤਾਂ ਮਤਲਬ ਇਹੀ ਕੇਂਦਰ ਸਰਕਾਰ ਨੂੰ ਵੀ ਬੇਨਤੀ ਆ ਵੀ ਸਿੱਖਾਂ ਦੇ ਜ਼ਖਮਾਂ 'ਤੇ ਮਲਮ ਲਾਓ। 27 ਸਾਲ ਮਤਲਬ ਬਾਅਦ ਮਤਲਬ ਸਾਨੂੰ ਫੈਸਲੇ ਦੀ ਉਡੀਕ ਕਰ ਰਹੇ ਹਾਂ ਅਸੀਂ, ਅਤੇ ਫੈਸਲਾ ਹੋਣਾ ਚਾਹੀਦਾ ਅਤੇ ਜਿਹੜਾ ਫੈਸਲਾ ਲਿਆ ਗੁਰੂ ਨਾਨਕ ਪਾਤਸ਼ਾਹ ਜੀ 'ਤੇ ਉਹਨੂੰ ਲਾਗੂ ਕਰਨਾ ਚਾਹੀਦਾ। ਅਤੇ ਜਿਵੇਂ ਇੱਕ ਲੜਕੀ ਹੋਣ ਦੇ ਨਾਤੇ ਕਿੰਨੇ ਕੁ ਚੱਕਰ ਆ ਜਿਹੜੇ ਕੋਰਟ ਕਚਹਿਰੀਆਂ 'ਤੇ ਤੁਹਾਨੂੰ ਕੱਢਣੇ ਪਏ? ਅਸੀਂ ਜੀ 27 ਸਾਲ ਹੋ ਗਏ ਸਾਨੂੰ ਤਾਂ ਵੀਰ ਜੀ ਨਾਲ ਸਫ਼ਰ ਕਰਦਿਆਂ ਨੂੰ, ਮੁਲਾਕਾਤਾਂ ਕਰਦਿਆਂ। ਇਹਦੇ ਵਿੱਚ ਮਤਲਬ ਕਈ ਵਾਰ ਹੁੰਦਾ ਬਹੁਤ ਜ਼ਿਆਦਾ ਸਫ਼ਰ ਸੀਗਾ। ਮੈਂ ਕਹਾਂਗੀ ਇਹੀ ਆ ਕਿ ਮਤਲਬ ਲਫ਼ਜ਼ਾਂ 'ਚ ਵੀ ਨਹੀਂ ਬੋਲ ਸਕਦੇ ਜੀ, ਇੰਨਾ ਸਫ਼ਰ ਰਿਹਾ ਸਾਡਾ ਜੀ। ਅਤੇ ਪਿਛਲੇ ਦਿਨੀਂ ਤੁਹਾਡੇ ਪਿਤਾ ਜੀ ਆ ਜਿਹੜੇ ਕਿ ਉਹ ਵਿਛੋੜਾ ਦੇ ਗਏ, ਉਦੋਂ ਭਾਈ ਜੀ ਇੱਧਰ ਵੀ ਆਏ ਸੀਗੇ, ਅਤੇ ਉਸ ਟਾਈਮ ਕੀ ਗੱਲਾਂ ਹੋਈਆਂ ਤੁਹਾਡੀਆਂ ਉਹਨਾਂ ਨਾਲ? ਬਹੁਤ ਮਤਲਬ 1 ਘੰਟੇ ਦਾ ਸਮਾਂ ਸੀ ਜੀ। ਬਹੁਤ ਗੱਲਾਂ ਤਾਂ ਨਹੀਂ ਹੋਈਆਂ, ਪਰ ਇੰਨਾ ਸੀਗਾ ਕਿ ਸੀਗਾ ਕਿ ਫਾਦਰ ਸਾਹਿਬ ਦੀ ਬਹੁਤ ਕਾਲਨਾ ਸੀਗੀ, ਬਹੁਤ ਜ਼ਿਆਦਾ ਤਸ਼ੱਦਦ ਫਾਦਰ ਸਾਹਿਬ ਨੇ ਸਿਆ ਸੀਗਾ। ਤਾਂ ਮਨ ਦੇ ਵਿੱਚ ਇੱਕ ਸੀਗੀ ਕਿ ਘੱਟੋ ਘੱਟ ਵੀਰ ਜੀ ਮਤਲਬ ਕਿ ਸੰਸਕਾਰ 'ਤੇ ਨਹੀਂ ਆ ਸਕੇ ਸੀ, ਸੰਸਕਾਰ 'ਤੇ ਸਾਨੂੰ ਨਾ ਕਰਤੀ ਸੀ ਪ੍ਰਸ਼ਾਸਨ ਨੇ, ਕਿਉਂਕਿ ਵੀਰ ਜੀ ਦੀ ਫਾਂਸੀ ਦੀ ਸਜ਼ਾ ਸੀ ਤਾਂ ਕੋਰਟ ਤੋਂ ਹੀ ਫੈਸਲਾ ਮਤਲਬ ਮਿਲ ਸਕਦੀ ਸੀ, ਰਾਹਤ। ਤਾਂ ਸਾਨੂੰ ਇਹ ਸੀ ਮਤਲਬ ਐਜ਼ ਏ ਭੈਣ ਹੋਣ ਦੇ ਨਾਤੇ ਕਿ ਡੈਡੀ ਦੀ ਅੰਤਿਮ ਅਰਦਾਸ 'ਚ ਮਤਲਬ ਜ਼ਰੂਰ ਵੀਰ ਜੀ ਸ਼ਾਮਲ ਹੋਣ, ਅਤੇ ਸਾਡੇ ਨੂੰ 1 ਘੰਟੇ ਦੀ ਸਿਰਫ ਪੈਰੋਲ ਸੀਗੀ, 1 ਘੰਟੇ ਦਾ ਸਮਾਂ ਸੀ ਜੀ ਸਾਡੇ ਕੋਲ। ਇੱਕ ਪਿਤਾ ਜਿਹੜਾ ਕਿ ਜਿਹਨੇ ਆਪਣੀ ਸਾਰੀ ਉਮਰ ਆਪਣੇ ਪਰਿਵਾਰ ਦਾ ਇੰਤਜ਼ਾਰ ਕੀਤਾ ਅਤੇ ਆਖਰੀ ਵਕਤ 'ਤੇ ਪੁੱਤ ਵੀ ਨਹੀਂ ਆ ਸਕਿਆ। ਬਿਲਕੁਲ ਜੀ, ਇੰਨਾ ਮਤਲਬ ਔਖਾ ਸਮਾਂ ਸੀਗਾ, ਮਤਲਬ ਲਫ਼ਜ਼ਾਂ 'ਚ ਨਹੀਂ ਦੱਸ ਸਕਦੇ ਅਸੀਂ। ਫਾਦਰ ਸਾਹਿਬ ਹੌਸਪੀਟਲ ਸੀਗੇ ਅਤੇ ਜਦੋਂ ਫਾਦਰ ਸਾਹਿਬ ਨੂੰ ਰਾਤ ਨੂੰ ਡੈਥ ਹੋਈ, ਅਸੀਂ ਘਰ ਲੈ ਕੇ ਆਏ, ਮੇਰੀ ਬੇਟੀ, ਮੈਂ ਔਰ ਅਸੀਂ 3 ਜਣੇ। ਮਤਲਬ ਉਸ ਟਾਈਮ ਐਂ ਲੱਗਦਾ ਸੀ ਵੀਰ ਜੀ ਹੋਣੇ ਚਾਹੀਦੇ ਘਰ। ਉਸ ਟਾਈਮ ਬਸ ਇੱਕੋ ਹੀ ਸੀਗਾ ਕਿ ਵੀਰ ਜੀ ਘਰ ਹੋਣ। ਬਹੁਤ ਐਸੇ ਸਮੇਂ ਆਏ, ਮਦਰ ਸੀਗੇ, ਮਦਰ ਦੀ ਡੈਥ ਹੋਈ, ਉਦੋਂ ਵੀ ਸੀ ਕਿ ਵੀਰ ਜੀ ਘਰ ਹੋਣ, ਤਾਂ ਮਤਲਬ ਇੰਨਾ ਦੁੱਖ ਨਾ ਹੁੰਦਾ ਸੀ। ਮਤਲਬ ਪੁੱਤ ਅਗਨੀ ਦਿੰਦਾ ਪਿਓ ਨੂੰ, ਉਹ ਵੀ ਅਗਨੀ ਵੀ ਨਸੀਬ ਨਹੀਂ ਹੋਈ। ਬਿਲਕੁਲ, ਮਤਲਬ ਅਸੀਂ ਇਹ ਕਹਿੰਦੇ ਹਾਂ ਕਿ ਜੇਕਰ ਗੁਰੂ ਨਾਨਕ ਪਾਤਸ਼ਾਹ ਜੀ ਅਤੇ ਵੀਰ ਜੀ ਘਰੇ ਹੁੰਦੇ, ਫਾਦਰ ਸਾਹਿਬ ਨੂੰ ਮਤਲਬ ਵੀਰ ਜੀ ਨਾਲ ਸਮਾਂ ਮਿਲਦਾ, ਤਾਂ ਮਤਲਬ ਬਸ ਇਹ ਸੀ, ਬੇਇਨਸਾਫੀਆਂ ਸਿੱਖਾਂ ਦੇ ਹਿੱਸੇ ਹੀ ਆਈਆਂ ਸੀ ਜੀ। ਅਤੇ ਹੁਣ ਵੀ ਕਈ ਤਰ੍ਹਾਂ ਦੀਆਂ ਗੱਲਾਂ, ਜਿਵੇਂ ਬਚਪਨ ਤੁਸੀਂ ਇਕੱਠਿਆਂ ਨੇ ਬਤਾਇਆ ਹੋਊਗਾ, ਕਈ ਯਾਦਾਂ ਨੇ ਜਿਹੜੀਆਂ ਤੁਹਾਨੂੰ ਅਚਾਨਕ ਬੈਠੇ ਬੈਠੇ ਕਦੀ ਯਾਦ ਆ ਜਾਂਦੀਆਂ ਹੋਣਗੀਆਂ। ਮੈਂ ਇੱਥੇ ਤੁਹਾਨੂੰ ਇੱਕ ਚੀਜ਼ ਜ਼ਰੂਰ ਦੱਸਣਾ ਚਾਹੂੰਗੀ ਕਿ ਮੇਰੇ ਜਦੋਂ ਵੱਡੇ ਸਿਸਟਰ ਅਤੇ ਵੀਰ ਜੀ, ਮੇਰੇ ਜਿਹੜੇ ਸਾਡੇ ਬ੍ਰਦਰ ਸੀ, ਉਹ ਸ਼ਹੀਦ ਹੋਏ, ਉਸ ਤੋਂ ਬਾਅਦ ਵੀਰ ਜੀ ਨੂੰ ਅਡੋਪਟ ਕੀਤਾ ਸੀ ਜੀ ਮੇਰੇ ਮਦਰ ਫਾਦਰ ਨੇ। ਮਤਲਬ ਵੀਰ ਜੀ ਨੂੰ 1993 'ਚ ਅਡੋਪਟ ਕੀਤਾ ਸੀਗਾ। ਉਸ ਤੋਂ ਬਾਅਦ ਫਿਰ ਵੀਰ ਜੀ ਸਾਡੇ ਪਰਿਵਾਰ ਨਾਲ ਹੀ ਜੁੜੇ ਹੋਏ ਸੀਗੇ।
ਤੇ ਇਸ ਕਰਕੇ ਮਤਲਬ ਹੋਰ ਵੀ ਦੁੱਖ ਆਉਂਦਾ ਸੀਗਾ ਕਿ ਆਪਣੇ ਬੱਚਿਆਂ ਤੋਂ ਬਾਅਦ ਵੀਰ ਜੀ ਹੀ ਮੇਰੇ ਮੰਮੀ ਡੈਡੀ ਲਈ ਸਭ ਕੁਝ ਸੀਗੇ। ਵੀ ਉਹਨਾਂ ਨੂੰ ਇੱਦਾਂ ਹੁੰਦਾ ਸੀ ਕਿ ਸਾਡਾ ਬੇਟਾ ਈਵਨ ਇੱਥੋਂ ਤੱਕ ਕਿ ਮੇਰੇ ਮਦਰ ਨੇ ਮਤਲਬ ਅਖੰਡ ਪਾਠ ਸੁੱਖਿਆ ਹੋਇਆ ਸੀ। ਮਤਲਬ ਜਿਵੇਂ ਇੱਕ ਮਾਮਾ ਨੇ ਮਤਲਬ ਗੁਰਦੁਆਰਾ ਸਾਹਿਬ ਜਾ ਕੇ ਆਪਾਂ ਸੁੱਖ ਦੇ ਆ ਮੰਨਤ ਮੰਗਦੇ ਹਾਂ, ਤਾਂ ਮਦਰ ਨੇ ਹਮੇਸ਼ਾ ਸਾਡੇ ਛੇਵੀਂ ਪਾਤਸ਼ਾਹ ਜੀ ਦਾ ਗੁਰਦੁਆਰਾ ਜੀ ਉੱਥੇ ਜਾ ਕੇ ਸੁੱਖਿਆ ਹੋਇਆ ਸੀਗਾ ਕਿ ਵੀਰ ਜੀ ਆਉਂਦੇ ਨੇ ਤਾਂ ਅਸੀਂ ਘਰੇ ਅਖੰਡ ਪਾਠ ਸਾਹਿਬ ਕਰਵਾਵਾਂਗੇ। ਤੇ ਉਹ ਵੀ ਮਤਲਬ ਚਲੇ ਗਏ। ਤੇ ਸਭ ਮਤਲਬ ਇੰਤਜ਼ਾਰ ਹੀ ਇੰਨਾ ਲੰਬਾ ਹੋ ਗਿਆ, 27 ਸਾਲ। ਤੁਸੀਂ ਇਹ ਦੇਖੋ 27 ਸਾਲ ਸਿੱਖਾਂ ਦਾ ਕੋਈ ਕਾਤਲ ਜੇਲ੍ਹ 'ਚ ਹੈ ਹੀ ਨਹੀਂ ਸੀ। ਜਿਵੇਂ ਤੁਸੀਂ ਕਿਹਾ ਕਿ 93 ਦੇ ਵਿੱਚ ਅਡੋਪਟ ਕੀਤਾ ਗਿਆ ਭਾਈ ਰਾਜੋਆਣਾ ਜੀ ਨੂੰ, ਤੇ 95 ਦੇ ਵਿੱਚ ਇਹ ਸਾਰਾ ਕਾਂਡ ਹੋ ਗਿਆ, ਤੇ 2 ਸਾਲ ਹੀ ਤੁਹਾਡੇ ਨਾਲ ਪਹਿਲਾਂ ਰਹੇ ਹੋਣਗੇ। ਤੇ ਮਤਲਬ ਅੱਜ ਕੱਲ੍ਹ ਦਾ ਉਹ ਟਾਈਮ ਹੈ ਜਦੋਂ ਸਗੇ ਵੀ ਆਪਣਾ ਸਾਥ ਨਹੀਂ ਦਿੰਦੇ ਗੇ, ਤੇ ਤੁਸੀਂ ਸਗਿਆਂ ਨਾਲੋਂ ਵੱਧ ਕੇ ਉਹਨਾਂ ਦਾ ਕਰਦੇ ਪਏ ਹੋ, ਉਹਨਾਂ ਦੇ ਲਈ ਸੰਘਰਸ਼ ਕਰਦੇ ਪਏ ਹੋ, 27 ਸਾਲਾਂ ਤੋਂ ਲਗਾਤਾਰ ਉਹਨਾਂ ਲਈ ਲੜਦੇ ਪਏ ਹੋ। ਇੱਥੇ ਮੈਂ ਇਹ ਕਹਾਂਗੀ ਜੀ, ਜਦੋਂ ਮਤਲਬ ਸਾਡੇ ਬ੍ਰਦਰ ਸਿਸਟਰ ਸ਼ਹੀਦ ਹੋ ਗਏ, ਨਹੀਂ ਰਹੇ, ਤਾਂ ਮਤਲਬ ਇੱਕ ਵੀਰ ਜੀ ਸੀਗੇ। ਉਹ ਸਮਾਂ ਸੀਗਾ ਜਦੋਂ ਸਾਡਾ ਘਰ ਪੂਰਾ ਉਜੜਿਆ ਹੋਇਆ ਸੀ, ਬਿਲਕੁਲ ਖਾਲੀ ਘਰ ਸੀ। ਸਾਡੇ ਘਰ ਦੇ ਵਿੱਚ ਇੱਕ ਚੁੱਪ ਪਸਰੀ ਹੋਈ ਸੀ। ਜੇ ਅੱਜ ਵੀ ਤੁਸੀਂ ਦੇਖੋਗੇ ਉੱਥੇ ਘਾਹ ਉੱਗਿਆ ਹੋਇਆ, ਤਾਂ ਉਸ ਟਾਈਮ ਜੋ ਸਹਾਰਾ ਮਤਲਬ ਸਾਡੇ ਪਰਿਵਾਰ ਨੂੰ ਵੀਰ ਜੀ ਨੇ ਦਿੱਤਾ ਸੀਗਾ, ਜੋ ਵੀਰ ਜੀ ਨੇ ਬੇਟਾ ਬਣ ਕੇ ਮੇਰੇ ਮੰਮੀ ਡੈਡੀ ਨੂੰ ਪਿਆਰ ਦਿੱਤਾ, ਜੋ ਇੱਕ ਭਰਾ ਆਪਣੀ ਭੈਣ ਨੂੰ ਦਿੰਦਾ ਗਾ ਪਿਆਰ, ਜੋ ਉਹਨਾਂ ਨੇ ਵੀਰ ਜੀ ਨੇ ਸਾਨੂੰ ਦਿੱਤਾ ਸੀ, ਇਹ ਬਸ ਉਹੀ ਸੀਗਾ ਜਿਹਦੇ ਕਰਕੇ ਅਸੀਂ ਇੰਨਾ ਲੰਬਾ ਸਫ਼ਰ ਕਰ ਸਕੇ ਜੀ। ਉਹ ਸਮਿਆਂ 'ਚ ਤਾਂ ਕੋਈ ਰਿਸ਼ਤੇਦਾਰ ਵੀ ਆ ਕੇ ਖੜਾ ਨਹੀਂ ਸੀ ਹੁੰਦਾ ਜੀ। ਜਦੋਂ ਵੀਰ ਜੀ ਸਾਡੇ ਕੋਲ ਆਏ, ਮੰਮੀ ਡੈਡੀ ਦਾ ਬੇਟਾ ਬਣੇ, ਤੇ ਉਹੀ ਚੀਜ਼ ਸੀਗੀ ਜਿਹੜੀ ਸਾਨੂੰ ਇੰਨਾ ਲੰਬਾ ਸਫ਼ਰ ਅਸੀਂ ਤੈਅ ਕੀਤਾ। ਬਹੁਤ ਵਾਰੀ ਕਿਹਾ ਜਾਂਦਾ ਹੈ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਫਾਇਦਾ ਚੱਕਦੀਆਂ ਨੇ ਇਹਨਾਂ ਮੁੱਦਿਆਂ ਦਾ, ਚਾਹੇ ਉਹ ਬੇਅਦਬੀ ਦੇ ਮੁੱਦੇ ਹੋਣ ਜਾਂ ਫਿਰ ਬੰਦੀ ਰਿਹਾਈ ਦੇ ਮੁੱਦੇ ਹੋਣ। ਤੁਹਾਨੂੰ ਕੀ ਲੱਗਦਾ ਹੈ ਕਿ ਸਿਆਸੀ ਪਾਰਟੀਆਂ ਫਾਇਦਾ ਚੱਕਦੀਆਂ ਨੇ? ਦੇਖੋ, ਅਸੀਂ ਤਾਂ ਇਹ ਚੀਜ਼ ਕਹਿੰਦੇ ਹਾਂ ਵੀ ਜੇ ਦੇਖਿਆ ਜਾਈਏ ਤਾਂ ਜਿਵੇਂ ਕਾਂਗਰਸ ਸਰਕਾਰ ਸੀਗੀ, ਕਾਂਗਰਸ ਸਰਕਾਰ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ 'ਤੇ ਹਮਲਾ ਕਰਕੇ ਮਤਲਬ ਜਿੰਨਾ ਜ਼ੁਲਮ ਕੀਤਾ ਵੋਟਾਂ ਲਈ ਕੀਤਾ ਸੀ, ਸੱਤਾ 'ਚ ਆਉਣ ਦੇ ਵਾਸਤੇ ਕਾਂਗਰਸ ਸਰਕਾਰ ਨੇ ਕੀਤਾ। ਅਤੇ ਅਸੀਂ ਤਾਂ ਪਰ ਇੱਕ ਚੀਜ਼ ਮੈਂ ਇੱਥੇ ਕਹੂੰਗੀ ਕਿ ਵੀਰ ਜੀ ਰਾਜੋਆਣਾ ਜੀ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਵਾਰ ਜਾ ਕੇ ਕੇਂਦਰ ਸਰਕਾਰ ਨੂੰ ਮਿਲੇ ਆ, ਫੈਸਲਾ ਕਰੋ। ਸ਼੍ਰੋਮਣੀ ਅਕਾਲੀ ਦਲ ਦੇ ਵੀ ਕਈ ਵਾਰੀ ਵਫਦ ਗਏ ਆ, ਪਰ ਇਹਦੇ ਬਾਵਜੂਦ ਵੀ ਕੇਂਦਰ ਸਰਕਾਰ ਨੇ ਹਜੇ ਤੱਕ ਵੀਰ ਜੀ ਦਾ ਫੈਸਲਾ ਨਹੀਂ ਕੀਤਾ ਹੈਗਾ। ਵੀ ਇੱਥੇ ਇਹ ਚੀਜ਼ ਮੈਂ ਕਹਾਂਗੀ, ਇਹ ਕਹਿਣਾ ਜ਼ਰੂਰ ਚਾਹੁੰਦੀ ਹਾਂ ਕਿ ਜਿਹੜੇ ਕਈ ਕਹਿ ਦਿੰਦੇ ਨੇ ਸਿੱਖਾਂ ਨੂੰ ਅੱਤਵਾਦੀ, ਮਤਲਬ ਉਹ ਇਹ ਸਵਾਲ ਦਾ ਜਵਾਬ ਵੀ ਦੇਣ ਕਿ ਬਈ ਇਹ ਜਿਹੜਾ ਹਮਲਾ ਕੀਤਾ ਸੀਗਾ ਉਹ ਕਿਹਨੇ ਕੀਤਾ ਸੀਗਾ, ਕਿ ਉਹ ਅੱਤਵਾਦੀ ਨਹੀਂ ਸੀਗੇ। ਵੀ ਉਹ ਕਦੇ ਇਹ ਨਹੀਂ ਦੱਸ ਸਕੇ ਵੀ ਕੋਈ ਸਿੱਖਾਂ ਦਾ ਕਾਤਲ ਵੀ ਹੈ 27 ਸਾਲਾਂ 'ਚ। ਫਿਰ ਸਭ ਤੋਂ ਵੱਡੀ ਚੀਜ਼ ਇਹ ਹੈ, ਇੱਥੇ ਮੈਂ ਕਹਿਣਾ ਚਾਹਾਂਗੀ ਕਿ 27 ਸਾਲ ਮਤਲਬ ਵੀਰ ਜੀ ਹੁਣੀ ਆਪਣੀਆਂ ਸਜ਼ਾਵਾਂ ਤੋਂ ਕਿਤੇ ਵੱਧ ਸਜ਼ਾ ਕੱਟ ਚੁੱਕੇ ਆ ਜੀ। ਅਤੇ ਜਦੋਂ ਮਤਲਬ ਸਜ਼ਾਵਾਂ ਕੱਟ ਚੁੱਕੇ ਨੇ, ਫਿਰ ਤਾਂ ਕੋਈ ਚੀਜ਼ ਮਤਲਬ ਉਹਨਾਂ ਨੂੰ ਕਹਿਣੀ ਵੀ ਨਹੀਂ ਚਾਹੀਦੀ, ਕਿਉਂਕਿ ਸਜ਼ਾ ਪੂਰੀ ਕਰ ਚੁੱਕੇ ਨੇ ਆਪਣੀ ਉਹ। ਮੈਮ, ਰਵਨੀਤ ਸਿੰਘ ਬਿੱਟੂ ਨੇ ਜਿਹੜੇ, ਉਹਨਾਂ ਵੱਲੋਂ ਵੀ ਬਿਆਨ ਦਿੱਤਾ ਗਿਆ ਸੀਗਾ ਮੀਡੀਆ ਦੇ ਵਿੱਚ ਜਦੋਂ ਕਿਸਾਨੀ ਸੰਘਰਸ਼ ਸੀਗਾ ਕਿ ਜਦੋਂ ਜਿਹੜੇ ਪ੍ਰਧਾਨ ਮੰਤਰੀ ਮੋਦੀ ਨੇ ਉਹ ਆਪਣਾ ਫੈਸਲਾ ਵਾਪਸ ਲੈ ਲੈਣਗੇ, ਖੇਤੀ ਕਾਨੂੰਨ ਵਾਪਸ ਲੈ ਲੈਣਗੇ, ਤਾਂ ਉਸ ਤੋਂ ਬਾਅਦ 'ਚ ਜਿਹੜੇ ਵੀ ਬੰਦੀ ਨੇ ਸਿੱਖ, ਉਹਨਾਂ ਨੂੰ ਰਿਹਾਈ ਦਿੱਤੀ ਜਾਵੇਗੀ। ਅਤੇ ਸਪੈਸ਼ਲੀ ਭਾਈ ਰਾਜੋਆਣਾ ਜੀ ਦਾ ਨਾਮ ਲੈ ਕੇ ਵੀ ਕਿਹਾ ਗਿਆ ਸੀਗਾ ਕਿ ਰਿਹਾਈ ਦਿੱਤੀ ਜਾਵੇਗੀ। ਅਤੇ ਹੁਣ ਉਹਨਾਂ ਦਾ ਕੀ ਵਿਚਾਰ ਹੈ, ਕੀ ਕਹਿਣਾ ਚਾਹੋਗੇ ਰਵਨੀਤ ਬਿੱਟੂ ਦੇ ਬਾਰੇ? ਮੈਂ ਤਾਂ ਇਹ ਕਹਾਂਗੀ ਜੀ, ਉਹ ਸਿਆਸੀ ਬਿਆਨ ਦਿੰਦੇ ਨੇ, ਹਰ ਰੋਜ਼ ਹੀ ਬਿਆਨ ਪਲਟ ਜਾਂਦਾ। ਉਸ ਤੋਂ ਬਾਅਦ ਜਦੋਂ ਇਹ ਖੇਤੀ ਕਾਨੂੰਨ ਰੱਦ ਹੋ ਗਏ ਤਾਂ ਮੈਂ ਦੇਖਿਆ ਉਹਨਾਂ ਦੇ ਹੋਰ ਬਿਆਨ ਸੀਗੇ। ਹਰ ਰੋਜ਼ ਵੀਰ ਜੀ ਲਈ ਉਹਨਾਂ ਦਾ ਨਵਾਂ ਬਿਆਨ ਹੁੰਦਾ ਗਾ, ਅਤੇ ਮਤਲਬ ਸਿਆਸੀ ਬਿਆਨ ਹੁੰਦੇ ਨੇ ਸਿਰਫ। ਮਤਲਬ ਸਿਰਫ ਬਿਆਨ ਦਿੱਤਾ ਗਿਆ, ਹੱਥ ਪੱਲਾ ਨਹੀਂ ਫੜਿਆ ਗਿਆ। ਨਹੀਂ, ਅਸੀਂ ਪਹਿਲੀ ਗੱਲ ਤਾਂ ਇਹ ਹੈ ਕਿ ਵੀਰ ਜੀ ਹੁਣੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸੀ, ਚਾਹੇ ਜਿਵੇਂ ਵੀ ਸੀਗਾ, ਜੋ ਵੀ ਵੀਰ ਜੀ ਨੇ ਕੀਤਾ ਉਹਨੂੰ ਅਦਾਲਤ ਦੇ ਵਿੱਚ ਮੰਨਿਆ, ਠੀਕ ਹੈ। ਉਹ ਸਾਰੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਔਰ ਮੈਂ ਇਹ ਕਹਿੰਦੀ ਹਾਂ ਕਿ ਜੋ ਸਜ਼ਾ ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਤਾਂ ਕਾਨੂੰਨੀ ਤੌਰ 'ਤੇ ਹੀ ਰਿਹਾਈ ਮਿਲਣੀ ਚਾਹੀਦੀ ਸੀ ਜੀ। ਅਤੇ ਹੁਣ ਕਈ ਥਾਵਾਂ 'ਤੇ ਵੀ ਚਰਚਾ ਚੱਲ ਰਹੀ ਹੈ ਕਿ ਜਿਹੜੇ ਬੰਦੀ ਸਿੱਖ ਨੇ ਉਹਨਾਂ ਦੀ ਰਿਹਾਈ ਦੀ ਪ੍ਰਕਿਰਿਆ ਵਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਗਈ ਹੈ, ਅਤੇ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ, ਇਹਦੇ ਬਾਰੇ 'ਚ ਇਹ ਹੈ ਕਿ ਵੀਰ ਜੀ ਦਾ ਤਾਂ ਦੇਖੋ ਉਹ ਨੋਟੀਫਿਕੇਸ਼ਨ ਹੀ ਲਾਗੂ ਹੋਣਾ ਗਾ, ਅਤੇ ਹੁਣ ਇਹ ਚੀਜ਼ ਆ ਕਿ ਕੇਂਦਰ ਸਰਕਾਰ ਨੋਟੀਫਿਕੇਸ਼ਨ ਕਦੋਂ ਲਾਗੂ ਕਰਦੀ ਹੈ। ਸਾਡੀ ਤਾਂ ਇਹੀ ਬੇਨਤੀ ਆ ਕਿ ਜਿਵੇਂ ਹੁਣ ਸੁਪਰੀਮ ਕੋਰਟ 'ਚ ਵੀ ਆ, ਸੁਪਰੀਮ ਕੋਰਟ ਵੀ ਆਰਡਰ ਕਰ ਚੁੱਕੀ ਆ, ਸਾਡੀ ਤਾਂ ਇਹੀ ਬੇਨਤੀ ਆ ਕਿ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਮਤਲਬ ਵੀਰ ਜੀ ਦਾ ਫੈਸਲਾ ਕਰਨਾ ਚਾਹੀਦਾ, ਤਾਂ ਕਿ ਵੀਰ ਜੀ ਘਰੇ ਆਉਣ ਜੀ। ਪਰਿਵਾਰਾਂ 'ਚ ਵੀ ਬਾਕੀ ਕੁਛ ਨਹੀਂ ਬਚਿਆ ਹੈਗਾ ਜੀ।
ਸਾਡੀ ਤਾਂ ਇਹੀ ਬੇਨਤੀ ਹੈ ਜੀ ਕਿ ਵੀਰ ਜੀ ਹੁਣਾਂ ਦੇ ਫੈਸਲੇ ਹੋਣੇ ਚਾਹੀਦੇ ਆ ਔਰ ਰਿਹਾਈ ਹੋਣੀ ਚਾਹੀਦੀ ਹੈ। 27 ਸਾਲ ਮਤਲਬ ਬਹੁਤ ਜ਼ਿਆਦਾ ਲੰਬਾ ਸਮਾਂ ਹੋ ਚੁੱਕਿਆ, ਮਤਲਬ ਸਿੱਧੀ ਰਿਹਾਈ ਹੋਣੀ ਚਾਹੀਦੀ ਹੈ ਜੀ। ਹੁਣ ਜਦੋਂ ਮੁਲਾਕਾਤ 'ਤੇ ਜਾਂਦੇ ਹੋ ਤਾਂ ਕੋਈ ਅਜਿਹੀ ਗੱਲ ਜਿਹੜੀ ਉਹ ਕਹਿੰਦੇ ਹੋਣ ਜਾਂ ਉਹ ਵੀ ਜਲਦੀ ਤੋਂ ਜਲਦੀ ਬਾਹਰ ਆਉਣਾ ਚਾਹੁੰਦੇ ਹੋਣ? ਦੇਖੋ ਬਿਲਕੁਲ ਜੀ, ਜਦੋਂ ਹੁਣ ਪਰਿਵਾਰ ਪਿੱਛੇ ਕੋਈ ਨਹੀਂ ਰਿਹਾ ਹੈਗਾ, ਫਾਦਰ ਸਾਹਿਬ ਦਾ ਵੀ ਉਹ ਇੰਨਾ ਮਤਲਬ ਕੋਈ ਹੈ ਹੀ ਨਹੀਂ, ਤਾਂ ਵੀਰ ਜੀ ਦੀ ਵੀ ਹੈ ਕਿ ਪਰਿਵਾਰ ਦੇ ਵਿੱਚ ਆਈਏ। ਵੀਰ ਜੀ ਵੀ ਮਤਲਬ 27 ਸਾਲ ਹੋ ਚੁੱਕੇ ਨੇ, ਸਾਡੀ ਪਰਿਵਾਰ ਦੀ ਵੀ ਇੱਛਾ ਹੈਗੀ, ਵੀਰ ਜੀ ਦੀ ਵੀ ਇੱਛਾ ਹੈਗੀ ਕਿ ਜਿਸ ਤਰ੍ਹਾਂ ਮੇਰੀ ਵੀ ਸਿਹਤ ਨਹੀਂ ਠੀਕ ਹੈਗੀ, ਬੱਚੇ ਆ, ਅਤੇ ਵੀਰ ਜੀ ਦਾ ਵੀ ਹੈ ਕਿ ਆਉਣ ਪਰਿਵਾਰ ਦੇ। ਹੁਣ ਉਹਨਾਂ ਨੂੰ ਇਹ ਲੱਗਦਾ ਹੋਣਾ ਕਿ ਪਿਓ ਦਾ ਸਾਇਆ ਵਾ ਜਿਹੜਾ ਸਿਰ ਤੋਂ ਉੱਠ ਗਿਆ ਅਤੇ ਭੈਣ ਨੂੰ ਵੀ ਸਾਂਭਣਾ ਵਾ। ਬਿਲਕੁਲ ਜੀ, ਬਿਲਕੁਲ ਇਹੀ ਆ ਕਿ ਪਰਿਵਾਰ ਜੋ ਵੀ ਪਰਿਵਾਰ ਬੱਚਾ ਹੈਗਾ, ਅੱਗੇ ਬੱਚੇ ਆ, ਅਤੇ ਉਹਨਾਂ ਦਾ ਹੀ ਮਤਲਬ ਆ ਕੇ ਕੀਤਾ ਜਾਵੇ, ਪਰਿਵਾਰ ਵੀ ਦੇਖਿਆ ਜਾਵੇ ਜੀ। ਅਤੇ ਪਿਛਲੇ ਦਿਨ ਮੈਮ ਜੋ ਦੀਪ ਸਿੱਧੂ ਦੀ ਮੌਤ ਹੋਈ ਆ, ਉਸ ਦੇ ਬਾਰੇ ਕੀ ਕਹਿਣਾ ਚਾਹੋਗੇ? ਉਸ ਦੇ ਬਾਰੇ ਕੀ ਵਿਚਾਰ ਨੇ ਤੁਹਾਡੇ? ਨਹੀਂ, ਉਹਦੇ 'ਤੇ ਮੈਂ ਕੁਛ ਨਹੀਂ ਕਹਿਣਾ ਚਾਹਾਂਗੀ ਕਿਉਂਕਿ ਇਸ ਦੇ ਨਾਲ ਅਸੀਂ ਜੁੜੇ ਨਹੀਂ ਹੋਏ ਜੀ, ਅਤੇ ਨਾ ਹੀ ਇਸ ਚੀਜ਼ ਬਾਰੇ ਮੈਨੂੰ ਬਹੁਤ ਜ਼ਿਆਦਾ ਪਤਾ ਗਾ। ਬਸ ਮੈਂ ਤਾਂ ਇਹ ਆ ਕਿ ਅਸੀਂ ਤਾਂ ਐਜ ਏ ਪਰਿਵਾਰ ਸਿਰਫ ਵੀਰ ਜੀ ਦੀ ਹੀ ਗੱਲ ਰੱਖਦੇ ਹਾਂ ਜੀ, ਅਤੇ ਵੀਰ ਜੀ ਦੀ ਵੀ ਕਰਦੇ ਹਾਂ ਜੀ। ਅਤੇ ਹੁਣ ਰਿਹਾਈ ਦੀ ਕੋਈ ਵੀ ਪ੍ਰਕਿਰਿਆ ਜਿਹੜੀ ਅਜੇ ਤੱਕ ਸ਼ੁਰੂ ਨਹੀਂ ਕੀਤੀ ਗਈ? ਨਹੀਂ ਜੀ, ਹਾਲੇ ਤੱਕ ਕੋਈ ਵੀ ਇਹੋ ਜਿਹੀ ਪ੍ਰਕਿਰਿਆ ਸ਼ੁਰੂ ਨਹੀਂ ਹੈਗੀ ਕਿਉਂਕਿ ਫੈਸਲਾ ਵੀਰ ਜੀ ਦਾ ਰਾਸ਼ਟਰਪਤੀ ਨੇ ਕਰਨਾ ਜੀ। ਅਤੇ ਇਹੀ ਆ ਕਿ ਅਸੀਂ ਕੇਂਦਰ ਸਰਕਾਰ ਨੂੰ ਇੱਕ ਕਹਿ ਹੀ ਸਕਦੇ ਹਾਂ, ਰਿਕੁਐਸਟ ਹੀ ਆ ਪਰਿਵਾਰ ਦੀ, ਤਾਂ ਜੀ ਬੇਨਤੀ ਹੋਈ ਆ ਕਿ ਫੈਸਲਾ ਜਲਦੀ। ਬਾਕੀ ਇਹ ਹੈ ਕਿ ਪੂਰਾ ਸਮੁੱਚੀ ਸਿੱਖ ਕੌਮ ਦੀ ਇਹ ਮੰਗ ਆ, ਵੀਰ ਜੀ ਕੋਈ ਇਹ ਨਹੀਂ ਹੈਗੇ, ਪੂਰੇ ਮਤਲਬ ਆਪਣੇ ਸਿੱਖ ਸਮਾਜ ਦੇ ਵਿੱਚ ਵੀਰ ਜੀ ਇੱਕ ਸਤਿਕਾਰਤ ਉਹ ਨੇ, ਅਤੇ ਵੀਰ ਜੀ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਹੋਇਆ ਗਾ, ਅਤੇ ਵੀਰ ਜੀ ਨੂੰ ਰਿਹਾ ਹੋਣਾ ਚਾਹੀਦਾ ਜੀ, ਕਰਨਾ ਚਾਹੀਦਾ ਰਿਹਾ। ਕੀ ਅਪੀਲ ਕਰਨੀ ਚਾਹੁੰਦੇ ਹੋ ਤੁਸੀਂ ਸਰਕਾਰਾਂ ਨੂੰ? ਸਰਕਾਰਾਂ ਨੂੰ ਸਾਡੀ ਤਾਂ ਜੀ ਇਹੀ ਬੇਨਤੀ ਆ ਕਿ ਵੀਰ ਜੀ ਉਹਨਾਂ ਦਾ ਜਿਹੜਾ ਫੈਸਲਾ ਗਾ ਉਹ ਜਲਦ ਤੋਂ ਜਲਦ ਕੀਤਾ ਜਾਵੇ, ਰਿਹਾਈ ਕੀਤੀ ਜਾਵੇ, ਅਤੇ ਜਿਹੜਾ 550 ਸਾਲ ਅਤੇ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ 'ਤੇ ਫੈਸਲਾ ਕੀਤਾ ਗਿਆ ਵੀਰ ਜੀ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਣ ਦਾ, ਤਾਂ ਫੈਸਲਾ ਲਾਗੂ ਕਰਨਾ ਚਾਹੀਦਾ ਜੀ। ਸੋ ਇਹ ਸਨ ਸਾਡੇ ਨਾਲ ਭਾਈ ਰਾਜੋਆਣਾ ਜੀ ਦੀ ਸਿਸਟਰ ਕਮਲਜੀਤ ਜੀ, ਜਿਨ੍ਹਾਂ ਨੇ ਬਹੁਤ ਸਾਰਾ ਸੰਘਰਸ਼ ਕੀਤਾ ਆਪਣੇ ਵੀਰ ਨੂੰ ਛੁਡਵਾਉਣ ਦੇ ਲਈ। 27 ਸਾਲਾਂ ਤੋਂ ਲਗਾਤਾਰ ਸੰਘਰਸ਼ ਹੈ ਜਿਹੜਾ ਕਿ ਕਰ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਬਹੁਤ ਔਖਾ ਸਮਾਂ ਕੱਟਿਆ ਉਹਨਾਂ ਨੇ ਇਹ ਵਾਲਾ। ਹੁਣ ਪਿਤਾ ਦਾ ਸਾਇਆ ਵੀ ਹੈ ਜਿਹੜਾ ਸਿਰ 'ਤੇ ਨਹੀਂ ਹੈ, ਅਤੇ ਹੁਣ ਭਰਾ ਦੀ ਕਮੀ ਹੈ ਜਿਹੜੀ ਬਹੁਤ ਜ਼ਿਆਦਾ ਖਲਦੀ ਹੈ, ਅਤੇ ਸਰਕਾਰਾਂ ਨੂੰ ਹੁਣ ਫੈਸਲਾ ਇਸ 'ਤੇ ਲੈਣਾ ਚਾਹੀਦਾ ਹੈ, ਅਤੇ ਜੋ 550 ਸਾਲਾਂ 'ਤੇ ਇੱਕ ਜਿਹੜਾ ਕਿ ਐਲਾਨ ਕੀਤਾ ਗਿਆ ਸੀ ਉਸ ਨੂੰ ਵੀ ਲਾਗੂ ਕਰ ਦਿੱਤਾ ਜਾਣਾ ਚਾਹੀਦਾ ਹੈ। ਅਤੇ ਜਿਵੇਂ ਇਹਨਾਂ ਨੇ ਕਿਹਾ ਕਿ ਜਿਹੜੀ ਸਜ਼ਾ ਵਾ ਉਹ ਪੂਰੀ ਹੋ ਚੁੱਕੀ ਹੈ, ਅਤੇ ਜਲਦ ਤੋਂ ਜਲਦ ਆ ਜਿਹੜੇ ਕਿ ਬੰਦੀ ਸਿੰਘਾਂ ਦੀ ਜਿਹੜੀ ਕਿ ਰਿਹਾਈ ਆ ਉਹ ਕਰ ਦੇਣੀ ਚਾਹੀਦੀ ਹੈ। ਕੈਮਰਾਮੈਨ ਬੋਬੀ ਦੇ ਨਾਲ ਮੈਂ ਈਸ਼ਾ, ਪ੍ਰੋ ਪੰਜਾਬ।